हाँ जी स्टूडेंट्स, जिहड़ा टॉपिक अज आपां शुरू करना बेटा वो है रोल ऑफ प्रॉफिट इन बिजनेस दे विच प्रॉफिट दा या मुनाफे दा की रोल है। प्रॉफिट अर्निंग इज़ द मेन ऑबजैक्टिव ऑफ एवरी बिजनेस। किसी भी बिजनेस का मेन ऑबजैक्टिव की हुंदा, असीं इहदे विच मुनाफा अर्न करना, मतलब पैसा अर्न करना। Profits are required not only to cover up the cost of production but also for expansion and diversification of business। प्रॉफिट ਸਾਨੂੰ ਸਿਰਫ ਖਰਚਿਆਂ ਨੂੰ ਪੂਰਾ ਕਰਨ ਦੇ ਲਈ ਹੀ ਨਹੀਂ ਚਾਹੀਦਾ, ਬਲਕਿ ਨਾਲ ਅਸੀਂ ਜੇ ਬਿਜ਼ਨਸ ਨੂੰ ਹੋਰ ਵਧਾ ਸਕੀਏ, ਠੀਕ ਹੈ, ਐਕਸਪੈਂਡ ਕਰਨਾ ਬੋਲਦਿਆਂ ਨੂੰ। ਡਾਇਵਰਸੀਫਿਕੇਸ਼ਨ ਦਾ ਮਤਲਬ ਹੁੰਦਾ ਅਸੀਂ ਹੋਰ ਕਿਸੇ ਡਿਫਰੈਂਟ ਫੀਲਡ ਦੇ ਵਿੱਚ ਬਿਜ਼ਨਸ ਨੂੰ ਖੋਲ੍ਹ ਸਕੀਏ, ਮਤਲਬ ਹੋਰ ਅਲੱਗ ਤੋਂ ਉਹਦੇ ਵਿੱਚ ਕੋਈ ਬ੍ਰਾਂਚਿਸ ਅਲੱਗ ਫੀਲਡ ਦੀਆਂ ਖੋਲ੍ਹ ਸਕੀਏ। In the absence of profits, a business cannot survive in long run। ਜੇ ਸਾਨੂੰ ਮੁਨਾਫਾ ਨਹੀਂ ਹੋਊਗਾ ਤਾਂ ਬਿਜ਼ਨਸ ਸਾਡਾ ਲੰਬਾ ਸਮਾਂ ਨਹੀਂ ਚੱਲ ਸਕਦਾ। ਠੀਕ ਆ, ਹੁਣ ਇਹਦੇ ਵਿੱਚ ਇਹਦੀ ਡੈਫੀਨੇਸ਼ਨ ਕਰਨ ਦੀ ਜ਼ਰੂਰਤ ਨਹੀਂ ਹੈ, ਜਸਟ ਆਪਾਂ ਅੱਗੇ ਦੇ ਪੁਆਇੰਟਸ ਪੜ੍ਹਾਂਗੇ। ਪ੍ਰੋਫਿਟ ਇਜ਼ ਅਸੈਂਸ਼ੀਅਲ ਫॉर द ਬਿਜ਼ਨਸ ਡਿਊ ਟੂ ਫੋਲੋਇੰਗ ਫੈਕਟਰਸ। ਹੇਠ ਲਿਖੇ ਫੈਕਟਰਸ ਕਰਕੇ ਜਿਹੜਾ ਪ੍ਰੋਫਿਟ ਆ ਉਹ ਜ਼ਰੂਰੀ ਆ। ਫਸਟ ਪੁਆਇੰਟ ਇਜ਼ ਸਰਵਾਈਵਲ ਹੁੰਦਾ, ਜਿਵੇਂ ਆਪਾਂ ਕਹਿੰਦੇ ਜਿਉਂਦੇ ਰਹਿਣ ਲਈ ਜਾਂ ਚੱਲਦੇ ਰਹਿਣ ਲਈ। Profits are required for the survival of the business ਦੇ ਸਰਵਾਈਵ ਕਰਨ ਦੇ ਲਈ ਮੁਨਾਫਾ ਬਹੁਤ ਜ਼ਰੂਰੀ ਆ। In the absence of profits, a business cannot survive in long run। ਜੇ ਸਾਨੂੰ ਮੁਨਾਫਾ ਨਹੀਂ ਹੋਊਗਾ, ਪੈਸਾ ਅਰਨ ਨਹੀਂ ਕਰੂ ਸਾਡਾ ਬਿਜ਼ਨਸ, ਤਾਂ ਸਾਡਾ ਜਿਹੜਾ ਬਿਜ਼ਨਸ ਆ ਉਹ ਲੰਬਾ ਸਮਾਂ ਚੱਲਦਾ ਨਹੀਂ ਰਹਿ ਸਕਦਾ। A unit needs funds to replace its old assets। ਪੁਰਾਣੀ ਸੰਪत्ति ਮਤਲਬ ਓਲਡ ਐਸੈਟਸ ਨੂੰ ਰਿਪਲੇਸ ਕਰਨ ਦੇ ਲਈ, ਉਹਦੀ ਥਾਂ 'ਤੇ ਨਵੇਂ ਲੈ ਕੇ ਆਉਣ ਦੇ ਲਈ ਸਾਨੂੰ ਕੀ ਚਾਹੀਦਾ ਹੁੰਦਾ? ਪੈਸਾ ਚਾਹੀਦਾ ਹੁੰਦਾ। ਆ ਬਿਜ਼ਨਸ ਇਜ਼ ਸਬਜੈਕਟ ਟੂ ਵੇਰੀਅਸ ਟਾਈਪਸ ਆਫ ਰਿਸਕ। ਸਾਡੇ ਬਿਜ਼ਨਸ ਦੇ ਵਿੱਚ ਬਹੁਤ ਸਾਰੇ ਰਿਸਕ ਵੀ ਹੁੰਦੇ ਨੇ। ਸੋ ਇਟ ਇਜ਼ ਦ ਪ੍ਰੋਫਿਟ ਔਰ ਦ ਸਰਪਲਸ ਵਿਚ ਇਨੇਬਲ ਅ ਯੂਨਿਟ ਟੂ ਮੀਟ ਵੇਰੀਅਸ ਰਿਸਕਸ ਅਰਾਈਜ਼ ਡਿਊ ਟੂ ਟੈਕਨੋਲੋਜੀਕਲ ਚੇਂਜਿਸ, ਨੈਚੁਰਲ ਕੈਲੈਮਿਟੀਜ਼ ਐਟਸੈਟਰਾ। ਕਹਿੰਦੇ ਇੱਕ ਬਿਜ਼ਨਸ ਦੇ ਲਈ ਇੱਕ ਪ੍ਰੋਫਿਟ ਜਾਂ ਇਹਨੂੰ ਆਪਾਂ ਸਰਪਲਸ ਵੀ ਕਹਿ ਦਿੰਦੇ ਹਾਂ, ਇੰਨਾ ਜ਼ਰੂਰੀ ਆ ਕਿ ਇਹਦੇ ਨਾਲ ਉਹ ਕੀ ਕਰਦਾ ਵਾ, ਕੋਈ ਵੀ ਬਿਜ਼ਨਸਮੈਨ ਜਾਂ ਕੋਈ ਬਿਜ਼ਨਸ ਕੀ ਕਰ ਸਕਦਾ ਵਾ, ਆਪਦੇ ਉੱਪਰ ਆਉਣੇ ਰਿਸਕ ਨੂੰ ਕੀ ਕਰ ਸਕਦਾ ਵਾ, ਮਿਨੀਮਾਈਜ਼ ਕਰ ਸਕਦਾ। ਠੀਕ ਆ, ਹੁਣ ਉਹ ਰਿਸਕ ਕਿਹੜੀਆਂ ਚੀਜ਼ਾਂ ਕਰਕੇ ਹੋ ਸਕਦਾ? ਕੁਦਰਤੀ ਆਫਤਾਂ ਆ ਸਕਦੀਆਂ ਨੇ, ਭੂਚਾਲ ਆ ਗਿਆ, ਫਲੱਡ ਹੋ ਗਿਆ, ਠੀਕ ਆ, ਜਾਂ ਟੈਕਨੋਲੋਜੀਕਲ ਚੇਂਜਿਸ, ਮਤਲਬ ਤਕਨੀਕ ਦੇ ਵਿੱਚ ਚੇਂਜ ਆ ਗਈ, ਨਵੀਂ ਟੈਕਨੋਲੋਜੀ ਨਾਲ ਕੰਮ ਹੋਣਾ। ਤਾਂ ਇਹ ਸਾਰੇ ਰਿਸਕ ਨੇ ਜਿਹੜੇ ਕਿ ਅਸੀਂ ਕਿਵੇਂ ਕਵਰ ਕਰ ਸਕਦੇ ਹਾਂ ਜੇ ਸਾਡੇ ਕੋਲੇ ਪ੍ਰੋਫਿਟਸ ਹੋਣਗੇ। ਸੈਕਿੰਡ ਪੁਆਇੰਟ ਹੈ ਇਨਸੈਂਟਿਵ। Profit motive is the main driving force which induces person to establish and operate a business। ਪ੍ਰੋਫਿਟ ਕੀ ਆ? ਇੱਕ ਇਸ ਤਰ੍ਹਾਂ ਦੀ ਡਰਾਈਵਿੰਗ ਫੋਰਸ ਆ, ਮਤਲਬ ਇੱਕ ਇਸ ਤਰ੍ਹਾਂ ਦੀ ਚੀਜ਼ ਆ ਜਿਹੜੀ ਕਿਸੇ ਪਰਸਨ ਨੂੰ ਇੰਡਿਊਸ ਕਰਦੀ ਆ। ਇੰਡਿਊਸ ਨਾਲ ਲਲਚਾਉਣਾ, ਮਤਲਬ ਉਹ ਪਰਸਨ ਕੰਮ ਕਰਦਾ ਵਾ ਕਾਹਦੇ ਲਈ? ਤਾਂ ਕਿ ਉਹ ਬਿਜ਼ਨਸ ਨੂੰ ਚਲਾ ਸਕੇ। ਹੁਣ ਦੇਖੋ, ਆਪਾਂ ਕੋਈ ਵੀ ਕੰਮ ਕਰਦੇ ਹਾਂ, ਜੇ ਇਹਦੇ ਵਿੱਚੋਂ ਆਪਾਂ ਨੂੰ ਕੋਈ ਆਊਟਪੁੱਟ ਹੀ ਨਾ ਮਿਲਣੀ ਹੋਵੇ ਤਾਂ ਅਸੀਂ ਉਹ ਕੰਮ ਨੂੰ ਕਿਉਂ ਕਰਾਂਗੇ? ਠੀਕ ਆ, ਪ੍ਰੋਫਿਟ ਇਜ਼ ਅ ਰਿਵਾਰਡ, ਮਤਲਬ ਪ੍ਰੋਫਿਟ ਸਾਡੇ ਲਈ ਇੱਕ ਇਨਾਮ ਦੀ ਤਰ੍ਹਾਂ ਹੁੰਦਾ ਵਾ। ਫॉर ਐਨ ਐਂਟਰਪ੍ਰੇਨਿਓਰ ਫॉर ਪੁਟਿੰਗ ਐਫਰਟਸ ਐਂਡ ਰਿਟਰਨ ਫॉर ਇਨਵੈਸਟਿੰਗ ਕੈਪੀਟਲ ਇਨ ਦ ਬਿਜ਼ਨਸ। ਐਂਟਰਪ੍ਰੇਨਿਓਰ ਕੌਣ ਹੁੰਦਾ? ਉਹ ਪਰਸਨ ਜਿਹਨੇ ਆਪਦੇ ਓਨ ਰਿਸਕ 'ਤੇ ਆਪਦਾ ਬਿਜ਼ਨਸ ਸਟਾਰਟ ਕੀਤਾ, ਤਾਂ ਉਹਦੇ ਲਈ ਪ੍ਰੋਫਿਟ ਇੱਕ ਇਨਾਮ ਦੀ ਤਰ੍ਹਾਂ ਵਾ, ਕਿਉਂਕਿ ਉਹਨੇ ਉਹਦੇ ਐਫਰਟਸ ਕੀਤੇ, ਉਹਨੇ ਕੋਸ਼ਿਸ਼ਾਂ ਕੀਤੀਆਂ ਨੇ, ਉਹਨੇ ਆਪਦੀ ਇਨਵੈਸਟਮੈਂਟ ਕੀਤੇ ਬਿਜ਼ਨਸ ਦੇ ਵਿੱਚ। ਤਾਂ ਜਦੋਂ ਉਹਨੂੰ ਕੁਛ ਚੀਜ਼ ਰਿਟਰਨ ਦੇ ਵਿੱਚ ਮਿਲੂਗੀ ਤਾਂ ਉਹਨੂੰ ਉਹ ਕੀ ਲੱਗੂਗੀ? ਇਨਸੈਂਟਿਵ ਆ, ਉਹਦੇ ਲਈ ਇੱਕ ਤਰ੍ਹਾਂ ਦਾ ਇਨਾਮ ਆ। ਨੈਕਸਟ ਪੁਆਇੰਟ ਹੈਗਾ ਵਾ ਮੇਜ਼ਰ ਆਫ ਐਫੀਸ਼ੀਐਂਸੀ। ਮੇਜ਼ਰ ਹੁੰਦਾ ਮਿਣਨਾ, ਕਿ ਅਸੀਂ ਐਫੀਸ਼ੀਐਂਸੀ ਮਤਲਬ ਕੋਈ ਬਿਜ਼ਨਸ ਕਿੰਨਾ ਵਧੀਆ ਚੱਲ ਰਿਹਾ ਉਹਨੂੰ ਅਸੀਂ ਮੇਜ਼ਰ ਕਰ ਸਕਦੇ ਹਾਂ, ਮਿਣ ਸਕਦੇ ਹਾਂ। ਪ੍ਰੋਫਿਟ ਇੰਡੀਕੇਟਸ ਦ ਐਫੀਸ਼ੀਐਂਸੀ ਆਫ ਦ ਮੈਨੇਜਮੈਂਟ। ਪ੍ਰੋਫਿਟ ਤੋਂ ਸਾਨੂੰ ਕਿਸੇ ਵੀ ਮੈਨੇਜਮੈਂਟ ਦੀ, ਉੱਥੇ ਕੰਮ ਕਰਨ ਵਾਲੇ ਲੋਕਾਂ ਦੀ ਐਫੀਸ਼ੀਐਂਸੀ ਦਾ ਪਤਾ ਲੱਗਦਾ। ਪੀਪਲ ਮੇਜ਼ਰ ਦ ਪਰਫੋਰਮੈਂਸ ਆਫ ਦ ਕੰਸਰਨ ਫਰੋਮ ਦ ਪ੍ਰੋਫਿਟਸ ਅਰਨਡ ਬਾਏ ਇਟ। ਆਮ ਤੌਰ 'ਤੇ ਅਸੀਂ ਜੱਜਮੈਂਟ ਲਗਾ ਲੈਂਦੇ ਹਾਂ ਵੀ ਉੱਥੇ ਜਿਹੜੇ ਲੋਕ ਕੰਮ ਕਰਦੇ ਆ ਉਹ ਕਿੰਨੇ ਕੁ ਵਧੀਆ ਤਰੀਕੇ ਨਾਲ ਕੰਮ ਕਰਦੇ। ਕਿੱਥੋਂ ਜੱਜਮੈਂਟ ਲੱਗਦੀ ਆ? ਉਸ ਕੰਪਨੀ ਦੇ ਪ੍ਰੋਫਿਟਸ ਨੂੰ ਦੇਖ ਕੇ। ਹਾਇਰ ਦਾ ਪ੍ਰੋਫਿਟ ਐਫੀਸ਼ੀਐਂਟ ਇਜ਼ ਦਾ ਮੈਨੇਜਮੈਂਟ। ਜੇ ਜ਼ਿਆਦਾ ਪ੍ਰੋਫਿਟ ਅਰਨ ਕਰ ਰਹੀ ਹੈ ਕੋਈ ਮੈਨੇਜਮੈਂਟ ਜਾਂ ਕੋਈ ਬਿਜ਼ਨਸ, ਇਟ ਮੀਨਸ ਉਹਨਾਂ ਦੀ ਜਿਹੜੀ ਮੈਨੇਜਮੈਂਟ ਆ ਨੂੰ ਚਲਾਉਣ ਵਾਲੇ ਲੋਕ ਆ ਉਹ ਬਹੁਤ ਵਧੀਆ ਨੇ, ਬਹੁਤ ਐਫੀਸ਼ੀਐਂਟ ਨੇ। ਲੋਅਰ ਦਾ ਪ੍ਰੋਫਿਟ ਇਨਐਫੀਸ਼ੀਐਂਟ ਇਜ਼ ਦਾ ਮੈਨੇਜਮੈਂਟ। ਹੁਣ ਕੋਈ ਕੰਪਨੀ ਆ, ਉਹਨੂੰ ਬਹੁਤ ਜ਼ਿਆਦਾ ਮੁਨਾਫਾ ਨਹੀਂ ਹੋ ਰਿਹਾ, ਇਟ ਮੀਨਸ ਉਹਨਾਂ ਦੀ ਮੈਨੇਜਮੈਂਟ ਵਧੀਆ ਨਹੀਂ ਹੈਗੀ। ਸੋ ਇਜ਼ ਦਾ ਯੂਨੀਵਰਸਲੀ ਐਕਸੈਪਟੇਬਲ ਪ੍ਰਿੰਸੀਪਲ, ਮਤਲਬ ਇਹ ਚੀਜ਼ ਨੂੰ ਯੂਨੀਵਰਸਲੀ ਮੰਨਿਆ ਗਿਆ ਵਾ ਵੀ ਜਿੱਥੇ ਜ਼ਿਆਦਾ ਪ੍ਰੋਫਿਟ ਹੋ ਰਿਹਾ ਇਟ ਮੀਨਸ ਉਹਨਾਂ ਦੀ ਮੈਨੇਜਮੈਂਟ ਵਧੀਆ, ਜਿੱਥੇ ਪ੍ਰੋਫਿਟ ਘੱਟ ਹੋ ਰਿਹਾ ਉਹਨਾਂ ਦੀ ਮੈਨੇਜਮੈਂਟ ਵਧੀਆ ਨਹੀਂ ਹੈ। ਨੈਕਸਟ ਪੁਆਇੰਟ ਦੇਖੋ, ਗਰੋਥ। ਪ੍ਰੋਫਿਟਸ ਆਰ ਰਿਕੁਆਇਰਡ ਫॉर द ग्रोथ एंड एक्सपेंशन ऑफ द बिजनेस।
ਹੁਣ ਦੇਖੋ ਇਹ ਪੁਆਇੰਟ ਆਪਾਂ ਉੱਪਰ ਇੰਟਰੋਡਕਸ਼ਨ ਦੇ ਵਿੱਚ ਵੀ ਪੜ੍ਹਿਆ ਵਾ ਵੀ ਪ੍ਰੋਫਿਟ ਸਾਨੂੰ ਚਾਹੀਦੇ ਆ ਬਿਜ਼ਨਸ ਨੂੰ ਅੱਗੇ ਗਰੋ ਕਰਨ ਦੇ ਲਈ, ਅੱਗੇ ਉਹਨੂੰ ਵਧਾਉਣ ਦੇ ਲਈ, ਉਹਨੂੰ ਐਕਸਪੈਂਡ ਕਰਨ ਦੇ ਲਈ। ਪ੍ਰੋਫਿਟਸ ਆਰ ਬੈਸਟ ਐਂਡ ਚੀਪਰ ਸੋਰਸਿਸ ਫॉर ਫਾਈਨੈਂਸਿੰਗ ਐਕਸਪੈਂਸ਼ਨ ਐਂਡ ਡਾਇਵਰਸੀਫਿਕੇਸ਼ਨ। ਪ੍ਰੋਫਿਟਸ ਕੀ ਨੇ, ਬਹੁਤ ਹੀ ਵਧੀਆ ਅਤੇ ਬਹੁਤ ਹੀ ਸਸਤੇ ਤਰੀਕੇ ਨੇ ਕੀ ਕਰਨ ਦੇ, ਐਕਸਪੈਂਡ ਕਰਨ ਦੇ ਐਂਡ ਡਾਇਵਰਸੀਫਿਕੇਸ਼ਨ ਕਰਨ ਦੇ। ਹੁਣ ਇਹਦਾ ਮਤਲਬ ਸਮਝ ਲਓ ਕੀ ਹੈ ਇਹਦੇ ਵਿੱਚ। ਸਪੋਜ਼ ਕਰ ਲਓ ਅਸੀਂ ਆਪਦਾ ਬਿਜ਼ਨਸ ਵਧਾਉਣਾ ਚਾਹੁੰਦੇ ਹਾਂ, ਠੀਕ ਆ, ਬਟ ਜੇ ਅਸੀਂ ਬਾਹਰ ਬੈਂਕਸ ਤੋਂ ਕਿਸੇ ਤੋਂ ਜਾਂ ਕਿਸੇ ਹੋਰ ਫਾਈਨੈਂਸ਼ੀਅਲ ਇੰਸਟੀਟਿਊਸ਼ਨ ਤੋਂ ਲੋਨ ਲੈਂਦੇ ਹਾਂ ਤਾਂ ਸਾਨੂੰ ਉੱਥੇ ਵਿਆਜ ਵੀ ਪੇ ਕਰਨਾ ਪੈਂਦਾ, ਮਤਲਬ ਵਿਦ ਇੰਟਰਸਟ ਟੋਟਲ ਅਮਾਊਂਟ ਸਾਨੂੰ ਪੇ ਕਰਨੀ ਪਊਗੀ। ਬਟ ਜੇ ਸਾਡੀ ਕੰਪਨੀ ਕੋਲੇ ਪ੍ਰੋਫਿਟਸ ਵਧੀਆ ਹੋ ਰਹੇ ਆ, ਇਟ ਮੀਨਸ ਇਹ ਤਾਂ ਅਸੀਂ ਕਿਸੇ ਨੂੰ ਵਿਆਜ ਨਹੀਂ ਪੇ ਕਰਨਾ ਇਹਦਾ, ਠੀਕ ਆ, ਅਸੀਂ ਆਪਦਾ ਹੀ ਪੈਸਾ ਚੱਕ ਕੇ ਐਕਸਪੈਂਡ ਕਰ ਲਾਂਗੇ ਬਿਜ਼ਨਸ ਨੂੰ, ਉਹਦੀ ਡਾਇਵਰਸੀਫਿਕੇਸ਼ਨ ਕਰ ਲਾਂਗੇ, ਠੀਕ ਆ। ਤਾਂ ਕਰਕੇ ਇਹਨੂੰ ਇੱਕ ਸਸਤਾ ਸੋਰਸ ਮੰਨਿਆ ਜਾਂਦਾ ਐਕਸਪੈਂਡ ਕਰਨ ਦਾ ਜਾਂ ਡਾਇਵਰਸੀਫਿਕੇਸ਼ਨ ਕਰਨ ਦਾ। ਟੂ ਫਾਈਨਾਂਸ ਇਟਸ ਗਰੋਥ ਅ ਕੰਸਰਨ ਮਸਟ ਹੈਵ ਟੂ ਅਰਨ ਇਟਸ ਫੇਅਰ ਪ੍ਰੋਫਿਟਸ। ਸੋ ਅਸੀਂ ਜੇ ਚਾਹੁੰਦੇ ਹਾਂ ਕਿ ਅਸੀਂ ਆਪਦੇ ਬਿਜ਼ਨਸ ਨੂੰ ਕੀ ਕਰ ਸਕੀਏ, ਅੱਗੇ ਗਰੋ ਕਰੀਏ ਜਾਂ ਸਾਡਾ ਬਿਜ਼ਨਸ ਗਰੋ ਕਰੇ, ਤਾਂ ਇੱਕ ਕੰਸਰਨ ਮਤਲਬ ਇੱਕ ਫਰਮ ਕੋਲੇ ਮਸਟ ਮਤਲਬ ਜ਼ਰੂਰ ਇਹ ਚੀਜ਼ ਹੈਗੀ ਆ ਕਿ ਉਹ ਆਪਦੇ ਪ੍ਰੋਫਿਟਸ ਵਧੀਆ ਤੋਂ ਵਧੀਆ ਪ੍ਰੋਫਿਟਸ ਅਰਨ ਕਰੇ। ਪ੍ਰੋਫਿਟਸ ਆਲਸੋ ਹੈਲਪ ਦ ਬਿਜ਼ਨਸ ਟੂ ਅਟਰੈਕਟ ਮੋਰ ਫਰੋਮ ਆਊਟਸਾਈਡ। ਹੁਣ ਦੇਖੋ ਜਿਵੇਂ ਮੰਨ ਲਓ ਕੋਈ ਕੰਪਨੀ ਆ, ਉਹਦੇ ਵਿੱਚ ਪ੍ਰੋਫਿਟਸ ਵਧੀਆ ਅਰਨ ਹੋ ਰਹੇ ਆ ਅਤੇ ਇਹਦੇ ਕਰਕੇ ਵੱਧ ਤੋਂ ਵੱਧ ਆਊਟਸਾਈਡਰ ਵੀ ਉਸੇ ਕੰਪਨੀ 'ਚ ਇਨਵੈਸਟ ਕਰਨ ਦੀ ਕੋਸ਼ਿਸ਼ ਕਰਨਗੇ, ਕਿਉਂਕਿ ਉਹਦੇ ਨਾਲ ਕੀ ਹੋਊਗਾ, ਅਗਲੇ ਨੂੰ ਇਹ ਆ ਵੀ ਇਹ ਕੰਪਨੀ ਬਹੁਤ ਵਧੀਆ ਗਰੋਥ ਦੇ ਵਿੱਚ ਹੈਗੀ ਆ, ਠੀਕ ਆ। ਤਾਂ ਇਸ ਤਰੀਕੇ ਨਾਲ ਸਾਡਾ ਜਿਹੜਾ ਬਿਜ਼ਨਸ ਆ ਬਾਹਰੋਂ ਵੀ ਆਊਟਸਾਈਡ ਲੋਕਾਂ ਨੂੰ ਵੀ ਅਟਰੈਕਟ ਕਰਦਾ ਵਾ। ਫਿਫਥ ਪੁਆਇੰਟ ਦੇਖੋ ਇਹਦਾ, ਫਿਫਥ ਪੁਆਇੰਟ ਹੈਗਾ ਵਾ ਸੋਸ਼ਲ ਵੈਲਫੇਅਰ। ਸੋਸ਼ਲ ਵੈਲਫੇਅਰ ਦਾ ਮਤਲਬ ਹੁੰਦਾ ਸਮਾਜ ਦੀ ਭਲਾਈ। ਪ੍ਰੋਫਿਟਸ ਆਲਸੋ ਹੈਲਪ ਦ ਬਿਜ਼ਨਸ ਇਨ ਫੁਲਫਿਲਿੰਗ ਇਟਸ ਸੋਸ਼ਲ ਕਮਿਟਮੈਂਟਸ। ਸਮਾਜ ਦੇ ਪ੍ਰਤੀ ਬਿਜ਼ਨਸ ਦੀ ਕੋਈ ਜ਼ਿੰਮੇਵਾਰੀ ਬਣਦੀ ਹੁੰਦੀ ਆ, ਤਾਂ ਉਹ ਵੀ ਜ਼ਿੰਮੇਵਾਰੀ ਬਿਜ਼ਨਸ ਕਦੋਂ ਹੀ ਨਿਭਾ ਸਕਦਾ, ਜਦੋਂ ਉਹਦੇ ਕੋਲ ਪ੍ਰੋਫਿਟਸ ਹੋਣਗੇ। ਅ ਬਿਜ਼ਨਸ ਇਜ਼ ਐਕਸਪੈਕਟਡ ਟੂ ਸਰਵ ਦ ਸੋਸਾਇਟੀ ਬਾਈ ਪ੍ਰੋਵਾਈਡਿੰਗ ਬੈਟਰ ਕੁਆਲਿਟੀ ਗੁੱਡਸ ਐਟ ਰੀਜ਼ਨੇਬਲ ਪ੍ਰਾਈਸਿਸ। ਇਹ ਬਿਜ਼ਨਸ ਨੂੰ ਦੀ ਇਹ ਡਿਊਟੀ ਬਣਦੀ ਆ ਕਿ ਜਿਹੜੀਆਂ ਲੋਕ ਨੇ ਜਾਂ ਜਿਹੜਾ ਸਮਾਜ ਆ ਉਹਦੇ ਵਿੱਚ ਵਧੀਆ ਤੋਂ ਵਧੀਆ ਕੁਆਲਿਟੀ ਦੀਆਂ ਗੁੱਡਸ ਪ੍ਰੋਵਾਈਡ ਕਰਾਵੇ, ਠੀਕ ਮੁੱਲ 'ਤੇ, ਨਾ ਜ਼ਿਆਦਾ ਮੁੱਲ ਹੋਵੇ, ਠੀਕ ਆ, ਨਾ ਹੀ ਉਹ ਚੀਪਰ ਪ੍ਰੋਡਕਟ ਹੋਣੇ ਚਾਹੀਦੇ, ਮਤਲਬ ਜਮਾਂ ਹੀ ਘਟੀਆ ਕੁਆਲਿਟੀ ਦੇ ਨਹੀਂ ਹੋਣੇ ਚਾਹੀਦੇ। ਬਟ ਦਿਸ ਵਿਲ ਬੀ ਪੋਸੀਬਲ ਓਨਲੀ ਇਫ ਦ ਬਿਜ਼ਨਸ ਹੈਜ਼ ਸਫੀਸ਼ੀਐਂਟ ਫੰਡਸ ਔਰ ਪ੍ਰੋਫਿਟਸ ਟੂ ਮੀਟ ਦ ਨੀਡਸ ਆਫ ਦ ਸੋਸਾਇਟੀ। ਵਧੀਆ ਚੀਜ਼ਾਂ ਉਦੋਂ ਹੀ ਦਿੱਤੀਆਂ ਜਾ ਸਕਦੀਆਂ ਸਮਾਜ ਨੂੰ ਜਦੋਂ ਬਿਜ਼ਨਸ ਦੇ ਕੋਲੇ ਆਪਦੇ ਕੋਲੇ ਸਫੀਸ਼ੀਐਂਟ ਫੰਡਸ ਹੋਣਗੇ। ਲਾਸਟ ਪੁਆਇੰਟ ਦੇਖੋ ਇਹਦਾ, ਲਾਸਟ ਪੁਆਇੰਟ ਹੈਗਾ ਗੁੱਡਵਿਲ। ਗੁੱਡਵਿਲ ਕੀ ਹੁੰਦਾ, ਜਿਵੇਂ ਮੰਨ ਲਓ ਲੋਕਾਂ ਦੀ ਨਜ਼ਰ ਦੇ ਵਿੱਚ ਕੀ ਇਮੇਜ ਬਣੀ ਹੋਈ ਹੈ ਤੁਹਾਡੇ ਬਿਜ਼ਨਸ ਦੀ। ਐਡੀਕੁਏਟ ਪ੍ਰੋਫਿਟਸ ਰੇਜ਼ ਦ ਗੁੱਡਵਿਲ ਆਫ ਦ ਬਿਜ਼ਨਸ ਇਨ ਦ ਮਾਰਕੀਟ ਐਂਡ ਆਲਸੋ ਹੈਲਪ ਇਨ। ਹੁਣ ਗੁੱਡਵਿਲ ਦੇ ਨਾਲ ਕੀ ਚੀਜ਼ ਦਾ ਫਾਇਦਾ ਹੁੰਦਾ, ਰੇਜ਼ਿੰਗ ਲੋਨਸ ਈਜ਼ੀਲੀ। ਹੁਣ ਸਪੋਜ਼ ਕਰ ਲਓ ਸਾਡੀ ਕੰਪਨੀ ਆ, ਵਧੀਆ ਪ੍ਰੋਫਿਟਸ ਹੋ ਰਹੇ ਆ, ਬਟ ਫਿਰ ਵੀ ਸਾਡੀ ਕੰਪਨੀ ਨੂੰ ਕੋਈ ਵੱਡਾ ਜਿਵੇਂ ਆਪਾਂ ਕਹਿ ਦਈਏ ਪ੍ਰੋਜੈਕਟ ਸ਼ੁਰੂ ਕਰਨ ਦੇ ਲਈ ਲੋਨ ਚਾਹੀਦਾ, ਤਾਂ ਬੈਂਕਸ ਈਜ਼ੀਲੀ ਲੋਨ ਦੇ ਦੇਣਗੀਆਂ, ਠੀਕ ਆ। ਤਾਂ ਜਿਹੜੇ ਲੋਨ ਆ ਉਹ ਅਸੀਂ ਈਜ਼ੀਲੀ ਰੇਜ਼ ਕਰ ਸਕਦੇ ਹਾਂ, ਲੈ ਸਕਦੇ ਹਾਂ। ਮੇਕਿੰਗ ਇਨ ਟਾਈਮ ਪੇਮੈਂਟ ਟੂ ਕ੍ਰੈਡੀਟਰਸ। ਜਿਹੜੇ ਲੋਕਾਂ ਨੇ ਸਾਨੂੰ ਉਧਾਰ ਸਮਾਨ ਦਿੱਤਾ ਹੋਇਆ ਵਾ ਤਾਂ ਅਸੀਂ ਉਹਨਾਂ ਨੂੰ ਕੀ ਕਰ ਸਕਦੇ ਹਾਂ, ਟਾਈਮ 'ਤੇ ਪੇਮੈਂਟਸ ਕਰ ਸਕਦੇ ਹਾਂ। ਗਿਵਿੰਗ ਬੈਟਰ ਵੇਜਸ ਟੂ ਵਰਕਰਸ। ਸਾਡੇ ਕੰਮ ਕਰਨ ਵਾਲੇ ਲੋਕਾਂ ਨੂੰ ਅਸੀਂ ਵੇਜਸ ਵਧੀਆ ਦੇ ਸਕਦੇ ਹਾਂ। ਪ੍ਰੋਵਾਈਡਿੰਗ ਬੈਟਰ ਵਰਕਿੰਗ ਕੰਡੀਸ਼ਨਸ ਟੂ ਦ ਵਰਕਰਸ। ਕੰਮ ਕਰਨ ਵਾਲੇ ਲੋਕਾਂ ਨੂੰ ਵਧੀਆ ਕੰਮ ਕਰਨ ਦਾ ਮਾਹੌਲ ਦੇ ਸਕਦੇ ਹਾਂ। ਡਿਕਲੇਅਰਿੰਗ ਹਾਈ ਰੇਟ ਆਫ ਡਿਵੀਡੈਂਡ ਟੂ ਦ ਸ਼ੇਅਰ ਹੋਲਡਰਸ। ਹੁਣ ਸ਼ੇਅਰ ਹੋਲਡਰਸ ਕੌਣ ਹੁੰਦੇ ਆ, ਉਹ ਪਰਸਨਸ ਜਿਨ੍ਹਾਂ ਨੇ ਬਿਜ਼ਨਸ ਦੇ ਵਿੱਚ ਪੈਸਾ ਇਨਵੈਸਟ ਕੀਤਾ ਹੁੰਦਾ। ਤਾਂ ਅਸੀਂ ਕੀ ਆ, ਜੇ ਸਾਨੂੰ ਵਧੀਆ ਪ੍ਰੋਫਿਟ ਹੋ ਰਹੇ ਨੇ ਤਾਂ ਅਸੀਂ ਉਹਨਾਂ ਨੂੰ ਜਿਹੜਾ ਮੁਨਾਫਾ ਵਾ ਉਹ ਵੱਧ ਦੇਵਾਂਗੇ। ਤਾਂ ਇਹਨਾਂ ਨੂੰ ਜਿਹੜਾ ਮੁਨਾਫਾ ਦਿੰਦੇ ਹਾਂ ਅਸੀਂ, ਉਹਨੂੰ ਅਸੀਂ ਇੰਗਲਿਸ਼ ਦੇ ਵਿੱਚ ਨੇਮ ਦਿੱਤਾ ਡਿਵੀਡੈਂਡ, ਠੀਕ ਆ। ਤਾਂ ਅਸੀਂ ਉਹਨਾਂ ਨੂੰ ਡਿਵੀਡੈਂਡਸ ਜ਼ਿਆਦਾ ਦੇਵਾਂਗੇ। ਅੱਜ ਲਈ ਇੰਨਾ ਹੀ ਟੌਪਿਕ ਵੀਰਾ, ਠੀਕ ਆ।